ਅਲਿਫ ਤੇ ਨੂਨ ਗੁੰਨਾ ਤਿੰਨ ਹਰਫਾਂ ਨਾਲ ਬਣਦੀ ਮਾਂ। ਮੀਮ ਅਲਿਫ ਤੇ ਨੂਨ ਗੁੰਨਾ ਤਿੰਨ ਹਰਫਾਂ ਨਾਲ ਬਣਦੀ ਮਾਂ। ਮਾਂ ਨੀ ਤੇਰੇ ਸਦਕੇ ਜਾ। ਅਗਰ ਤੁਸੀਂ ਮਾਂ ਦੇ ਹਵਾਲੇ ਨਾਲ ਜਾਂ ਇਸ ਮੌਕੇ 'ਤੇ, ਕਿਉਂਕਿ ਮਦਰਸ ਡੇ ਦਾ ਮੌਕਾ ਹੈ, ਅਗਰ ਤੁਸੀਂ ਇਸ ਮੌਕੇ 'ਤੇ ਕਿਸੇ ਅੱਛੀ ਔਰ ਸਬਕ ਆਮੋਜ਼ ਨਜ਼ਮ ਦੀ ਤਲਾਸ਼ ਦੇ ਵਿੱਚ ਸੋ ਤੁਸੀਂ ਬਿਲਕੁਲ ਦਰੁਸਤ ਜਗ੍ਹਾ 'ਤੇ ਕਲਿੱਕ ਕੀਤਾ ਹੈ। ਸੋ ਜ਼ਰੂਰ ਹੈ ਕਿ ਆਖਰ ਤੱਕ ਨਾਲ ਜੁੜੇ ਰਿਹਾ ਜੇ। ਉਮੀਦ ਹੈ ਤੁਹਾਨੂੰ ਇਹ ਨਜ਼ਮ ਪਸੰਦ ਆਵੇਗੀ ਔਰ ਤੁਸੀਂ ਇਹਨੂੰ ਜ਼ਰੂਰ ਦੂਜਿਆਂ ਦੇ ਨਾਲ ਵੀ ਸ਼ੇਅਰ ਕਰੋਗੇ। ਔਰ ਪੰਜਾਬੀ ਜ਼ੁਬਾਨ ਦੇ ਜਿਹੜੇ ਹਰੂਫ ਤਹੱਜੀ ਨੇ ਉਹਨਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਸ ਨਜ਼ਮ ਨੂੰ ਤਹਰੀਰ ਕੀਤਾ ਗਿਆ, ਕਿਉਂਕਿ ਤਿੰਨ ਹਰਫ ਮਿਲ ਕੇ ਮਾਂ ਬਣਦੀ ਹੈ। ਪਹਿਲਾ ਹਰਫ ਮੀਮ ਹੈ, ਦੂਸਰਾ ਅਲਿਫ ਹੈ, ਤੀਸਰਾ ਨੂਨ ਗੁੰਨਾ ਹੈ। ਸੋ ਇਹਨਾਂ ਹਰਫਾਂ ਨੂੰ ਬੁਨਿਆਦ ਬਣਾ ਕੇ ਇਸ ਨਜ਼ਮ ਨੂੰ ਤਹਰੀਰ ਕੀਤਾ ਗਿਆ ਹੈ ਔਰ ਲਿਖਿਆ ਕਿ ਮੀਮ ਅਲਿਫ ਤੇ ਨੂਨ ਗੁੰਨਾ ਤਿੰਨ ਹਰਫਾਂ ਨਾਲ ਬਣਦੀ ਮਾਂ। ਮਾਂ ਨੀ ਤੇਰੇ ਸਦਕੇ ਜਾ। ਪਹਿਲਾ ਸ਼ੇਰ ਹੈ ਜੀ ਕਿ ਚੂँकि ਮੀਮ ਤੋਂ ਆਗਾਜ਼ ਹੋ ਰਿਹਾ, ਸੋ ਮੀਮ ਦੇ ਹਵਾਲੇ ਨਾਲ ਸ਼ੇਰ ਅਰਜ਼ ਹੈ। ਮੀਮ ਮੁਹੱਬਤ ਨਾਲ ਪਰੂਚੀ। ਇਹ ਲਫ਼ਜ਼ ਪਰੂਚੀ ਜਿਹੜਾ ਮਤਲਬ ਹੈ ਕਿਸੇ ਵੀ ਸ਼ੈ ਨਾਲ ਭਰਪੂਰ ਹੋਣਾ। ਜਿਵੇਂ ਕੋਈ ਦਰਖਤ ਹੈ ਔਰ ਉਹਦੇ ਉੱਤੇ ਬਹੁਤ ਜ਼ਿਆਦਾ ਜਦੋਂ ਫਲ ਲੱਗਾ ਹੁੰਦਾ ਹੈ ਅਤੇ ਉਹਦੇ ਬਾਰੇ 'ਚ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਕਿ ਇਹ ਜਿਹੜਾ ਦਰਖਤ ਹੈ ਇਹ ਫਲ ਦੇ ਨਾਲ ਪਰੂਚਿਆ ਪਿਆ ਹੈ ਜਾਂ ਫਲ ਦੇ ਨਾਲ ਲੱਦਿਆ ਪਿਆ ਹੈ ਜਾਂ ਇਹਦੇ ਉੱਤੇ ਬਹੁਤ ਜ਼ਿਆਦਾ ਫਲ ਲੱਗਾ ਹੈ। ਔਰ ਸਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜਿਹੜਾ ਮਾਂ ਦਾ ਰਿਸ਼ਤਾ ਹੈ ਉਹ ਕਿਵੇਂ ਮੁਹੱਬਤ ਦੇ ਨਾਲ ਭਰਪੂਰ ਹੁੰਦਾ ਹੈ। ਸੋ ਉਸੇ ਗੱਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹ ਗੱਲ ਲਿਖੀ ਹੈ ਕਿ ਮੀਮ ਮੁਹੱਬਤ ਨਾਲ ਪਰੂਚੀ ਉਲਫਤ ਇਹਦੀ ਸੱਚੀ ਸੁੱਚੀ। ਕਿਉਂਕਿ ਮਾਂ ਦੇ ਪਿਆਰ ਦੇ ਬਾਰੇ 'ਚ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਉਹਦੇ ਪਿਆਰ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਮਿਲਾਵਟ ਨਹੀਂ। ਸੋ ਮੀਮ ਮੁਹੱਬਤ ਨਾਲ ਪਰੂਚੀ ਉਲਫਤ ਇਹਦੀ ਸੱਚੀ ਸੁੱਚੀ। ਬਾਲਾਂ ਉੱਤੋਂ ਵਾਰੇ ਜਾਂ ਮਾਂ ਨੀ ਤੇਰੇ ਸਦਕੇ ਜਾ। ਕਿਉਂਕਿ ਇੱਕ ਜਿਹੜੀ ਮਾਂ ਹੈ ਉਹ ਆਪਣੇ ਬਾਲਾਂ ਉੱਤੋਂ, ਆਪਣੇ ਬੱਚਿਆਂ ਤੋਂ, ਆਪਣੀ ਜਾਨ ਨੂੰ ਵੀ ਕੁਰਬਾਨ ਕਰਨ ਤੋਂ ਦਰੇਗ ਨਹੀਂ ਕਰਦੀ। ਸੋ ਇਸੇ ਵਾਸਤੇ ਇਹ ਗੱਲ ਲਿਖੀ ਗਈ ਹੈ ਕਿ ਬਾਲਾਂ ਉੱਤੋਂ ਵਾਰੇ ਜਾਂ ਮਾਂ ਨੀ ਤੇਰੇ ਸਦਕੇ ਜਾ। ਦੂਜਾ ਹਰਫ ਹੈ ਜੀ ਅਲਿਫ ਦਾ, ਕਿਉਂਕਿ ਮੀਮ ਤੋਂ ਬਾਅਦ ਅਲਿਫ। ਸੋ ਅਲਿਫ ਦੇ ਹਵਾਲੇ ਨਾਲ ਲਿਖਿਆ ਕਿ ਅਲਫ ਅਮਾਨਤ ਰੱਬ ਦੀ ਹੋਵੇ। ਅਲਫ ਅਮਾਨਤ ਰੱਬ ਦੀ ਹੋਵੇ ਔਰ ਇਹਦੇ ਤੋਂ ਮੁਰਾਦ ਇਹ ਵੇ ਕਿ ਚੂँकि ਮਾਂ ਸਾਨੂੰ ਰੱਬ ਵੱਲੋਂ ਮਿਲਦੀ ਹੈ, ਖੁਦਾ ਵੱਲੋਂ ਮਿਲਦੀ ਹੈ। ਅਸੀਂ ਇਨਸਾਨ ਕੋਈ ਵੀ ਇਨਸਾਨਾਂ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਹਨੇ ਖੁਦ ਆਪਣੀ ਮਾਂ ਦਾ ਇੰਤਖਾਬ ਖੁਦ ਕੀਤਾ ਹੈ, ਬਲਕਿ ਇਹ ਤੋਹਫਾ ਇਹ ਸਾਨੂੰ ਖੁਦਾ ਵੱਲੋਂ ਮਿਲਦਾ ਹੈ ਔਰ ਖੁਦਾ ਬਜ਼ਾਤੇ ਖੁਦ ਇਸ ਗੱਲ ਦਾ ਇੰਤਖਾਬ ਕਰਦਾ ਹੈ ਕਿ ਕੌਣ ਕਿਸ ਜਗ੍ਹਾ 'ਤੇ ਕਿਹੜੀ ਕਿਹਦੀ ਮਾਂ ਹੋਵੇਗੀ ਜਾਂ ਇਹ ਰਿਸ਼ਤਾ ਕਿਹਦੇ ਨਾਲ ਖੁਦਾ ਜੋੜੇਗਾ। ਇਹ ਖੁਦਾ ਦਾ ਆਪਣਾ ਇੰਤਜ਼ਾਮ ਹੈ। ਸੋ ਉਸੇ ਗੱਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਾਂ ਬੁਨਿਆਦ ਬਣਾ ਕੇ ਇਹ ਗੱਲ ਲਿਖੀ ਹੈ ਕਿ ਅਲਿਫ ਅਮਾਨਤ ਹੋਵੇ ਰੱਬ ਦੀ, ਪੈਰਾਂ ਥੱਲਿਓਂ ਜੰਨਤ ਲੱਭਦੀ। ਅਲਿਫ ਅਮਾਨਤ ਹੋਵੇ ਰੱਬ ਦੀ, ਪੈਰਾਂ ਥੱਲਿਓਂ ਜੰਨਤ ਲੱਭਦੀ। ਧੁੱਪ ਦੇ ਵੇਲੇ ਠੰਡੀ ਛਾਂ, ਧੁੱਪ ਦੇ ਵੇਲੇ ਠੰਡੀ ਛਾਂ ਮਾਂ ਨੀ ਤੇਰੇ ਸਦਕੇ ਜਾ। ਅਗਲਾ ਲਫ਼ਜ਼, ਤੀਸਰਾ ਜਿਹੜਾ ਲਫ਼ਜ਼ ਹੈ ਉਹ ਨੂਨ ਹੈ ਔਰ ਨੂਨ ਦੇ ਹਵਾਲੇ ਨਾਲ ਲਿਖਿਆ ਜੀ ਕਿ ਨੂਨ ਨਿਰਾਲੀ ਮਾਂ ਦੀ ਸ਼ਾਨ। ਸਾਰੇ ਲੋਕ ਇਸ ਗੱਲ ਨੂੰ ਜਾਣਦੇ ਨੇ, ਮੰਨਦੇ ਵੀ ਨੇ। ਨੂਨ ਨਿਰਾਲੀ ਮਾਂ ਦੀ ਸ਼ਾਨ, ਲਫ਼ਜ਼ਾਂ ਵਿੱਚ ਨਾ ਹੋਵੇ ਬਿਆਨ। ਨੂਨ ਨਿਰਾਲੀ ਮਾਂ ਦੀ ਸ਼ਾਨ, ਲਫ਼ਜ਼ਾਂ ਵਿੱਚ ਨਾ ਹੋਵੇ ਬਿਆਨ। ਬਿਆਨ ਕਰੇ ਕਿਵੇਂ ਇਨਸਾਨ, ਮਾਂ ਨੀ ਤੇਰੇ ਸਦਕੇ ਜਾ। ਮੀਮ ਅਲਿਫ ਤੇ ਨੂਨ ਗੁੰਨਾ ਤਿੰਨ ਹਰਫਾਂ ਨਾਲ ਬਣਦੀ ਮਾਂ। ਮਾਂ ਨੀ ਤੇਰੇ ਸਦਕੇ ਜਾ। ਚੂँकि ਇਹ ਤਿੰਨ ਲਫ਼ਜ਼ ਨੇ, ਪਹਿਲਾ ਮੀਮ ਹੈ, ਦੂਸਰਾ ਅਲਿਫ ਹੈ, ਤੀਸਰਾ ਨੂਨ ਗੁੰਨਾ ਹੈ। ਇਹਨਾਂ ਤਿੰਨਾਂ ਸ਼ੇਰਾਂ ਦੇ ਵਿੱਚ
ਪਹਿਲਾਂ ਅਸੀਂ ਮਾਂ ਦੀ ਖੂਬੀ ਦੇ ਹਵਾਲੇ ਨਾਲ ਜਾਂ ਉਹਦੀਆਂ ਸਿਫਤਾਂ ਦੇ ਹਵਾਲੇ ਨਾਲ ਅਸਾਂ ਸਿੱਖਿਆ, ਲੇਕਿਨ ਅੱਗੋਂ ਫਿਰ 3 ਹੀ ਸ਼ੇਰ ਨੇ, ਲੇਕਿਨ ਉਹ ਇਨਸਾਨਾਂ ਦੇ ਹਵਾਲੇ ਦੇ ਨਾਲ ਨੇ ਕਿ ਉਹਨਾਂ ਨੂੰ ਇਹਨਾਂ ਹਰਫਾਂ ਤੋਂ ਕੀ ਸਬਕ ਲੈਣਾ ਚਾਹੀਦਾ ਹੈ। ਸੋ ਪਹਿਲਾ ਹਰਫ ਮੀਮ, ਔਰ ਮੀਮ ਦੇ ਹਵਾਲੇ ਨਾਲ ਇਹ ਸ਼ੇਰ ਹੈ ਕਿ ਮੀਮ ਮੁਹੱਬਤ ਕਰਦਿਆਂ ਰਹਿਣਾ। ਪਹਿਲਾਂ ਅਸਾਂ ਸਿੱਖਿਆ ਕਿ ਜਿਹੜੀ ਮਾਂ ਹੈ ਉਹ ਮੁਹੱਬਤ ਨਾਲ ਪੁੱਛੀ ਹੈ, ਜ਼ਾਰੀ ਗੱਲ ਹੈ ਅਗਰ ਮੁਹੱਬਤ ਨਾਲ ਪੁੱਛੀ ਹੈ ਤਾਂ ਉਹ ਕਿਵੇਂ ਫਿਰ ਆਪਣੇ ਬਾਲਾਂ ਨਾਲ ਪਿਆਰ ਵੀ ਕਰਦੀ ਹੈ। ਸੋ ਇਸੇ ਗੱਲ ਦਾ ਜਵਾਬ ਇੱਕ ਇਨਸਾਨ ਕਿਵੇਂ ਦੇ ਸਕਦਾ ਹੈ ਕਿ ਮੀਮ ਮੁਹੱਬਤ ਕਰਦਿਆਂ ਰਹਿਣਾ, ਮਾਂ ਦਾ ਪਾਣੀ ਭਰਦਿਆਂ ਰਹਿਣਾ। ਮੀਮ ਮੁਹੱਬਤ ਕਰਦਿਆਂ ਰਹਿਣਾ, ਮਾਂ ਦਾ ਪਾਣੀ ਭਰਦਿਆਂ ਰਹਿਣਾ, ਭਾਵੇਂ ਬੁੱਢੇ ਭਾਵੇਂ ਜਵਾਨ, ਮਾਂ ਨਹੀਂ ਤੇਰੇ ਸਦਕੇ ਜਾ। ਯਾਨੀ ਕਿਸੇ ਵੀ ਉਮਰ ਦੇ ਵਿੱਚ ਅਗਰ ਇੱਕ ਇਨਸਾਨ ਹੈ, ਚਾਹੇ ਵਾਲਿदैन ਬੁੱਢੇ ਨੇ ਜਾਂ ਜਵਾਨ ਨੇ, ਜਾਂ ਔਲਾਦ ਬੁੱਢੀ ਹੈ ਜਾਂ ਜਵਾਨ ਹੈ, ਉਹਨੂੰ ਹਰ ਸੂਰਤ ਆਪਣੀ ਮਾਂ ਔਰ ਆਪਣੇ ਬਾਪ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਸੇ ਗੱਲ ਨੂੰ ਇੱਥੇ ਬਿਆਨ ਕੀਤਾ ਹੈ ਕਿ ਭਾਵੇਂ ਬੁੱਢੇ ਭਾਵੇਂ ਜਵਾਨ, ਮਾਂ ਨਹੀਂ ਤੇਰੇ ਸਦਕੇ ਜਾ। ਦੂਸਰਾ ਹਰਫ ਅਲਿਫ ਹੈ, ਔਰ ਅਲਫ ਦੇ ਹਵਾਲੇ ਨਾਲ ਅਸਾਂ ਪਹਿਲਾਂ ਸਿੱਖਿਆ ਕਿ ਇਹ ਰੱਬ ਦੀ ਅਮਾਨਤ ਹੈ। ਮਾਂ ਜਿਹੜੀ ਹੈ ਇਹ ਖੁਦਾ ਵੱਲੋਂ ਸਾਨੂੰ ਮਿਲਦੀ ਹੈ, ਔਰ ਇਸ ਸ਼ੇਰ 'ਚ ਲਿਖਿਆ ਕਿ ਅਲਿਫ ਅਮਾਨਤ ਜਾਣ ਕੇ ਇਹਨੂੰ, ਅਲਿਫ ਅਮਾਨਤ ਜਾਣ ਕੇ ਇਹਨੂੰ। ਇਹ ਗੱਲ ਇਨਸਾਨਾਂ ਵਾਸਤੇ ਲਿਖੀ ਗਈ ਹੈ। ਅਲਿਫ ਅਮਾਨਤ ਜਾਣ ਕੇ ਇਹਨੂੰ, ਕਰ ਲਓ ਕਦਰ ਪਹਿਚਾਨ ਕੇ ਇਹਨੂੰ। ਅਲਿਫ ਅਮਾਨਤ ਜਾਣ ਕੇ ਇਹਨੂੰ, ਕਰ ਲਓ ਕਦਰ ਪਹਿਚਾਨ ਕੇ ਇਹਨੂੰ, ਮਿਲੇਗੀ ਇੱਜ਼ਤ ਦੋ ਜਹਾਂ, ਮਿਲੇਗੀ ਇੱਜ਼ਤ ਦੋ ਜਹਾਂ, ਮਾਂ ਨਹੀਂ ਤੇਰੇ ਸਦਕੇ ਜਾ। ਤੀਜਾ ਸ਼ੇਰ ਹੈ ਜੀ ਕਿ ਨੂਨ ਨਾ ਕਰਨਾ ਹੁਕਮ ਅਦੂਲੀ। ਪਹਿਲਾ ਨੂਨ ਦੇ ਹਵਾਲੇ ਨਾਲ ਸੀ, ਮਾਂ ਦੇ ਹਵਾਲੇ ਨਾਲ ਕਿ ਨੂਨ ਨਿਰਾਲੀ ਮਾਂ ਦੀ ਸ਼ਾਨ, ਲੇਕਿਨ ਇੱਥੇ ਇਨਸਾਨਾਂ ਵਾਸਤੇ ਸਬਕ ਹੈ, ਇਨਸਾਨਾਂ ਵਾਸਤੇ ਇਹ ਹਦਾਇਤ ਹੈ ਕਿ ਨੂਨ ਨਾ ਕਰਨਾ ਹੁਕਮ ਅਦੂਲੀ, ਚੜ੍ਹਨਾ ਪੈਗਾ ਮੌਤ ਦੀ ਸੂਲੀ। ਸਾਰੀ ਗੱਲ ਹੈ ਅਗਰ ਹੁਕਮ ਅਦੂਲੀ ਕਰਾਂਗੇ, ਹੁਕਮ ਤੋੜਾਂਗੇ, ਤੇ ਫਿਰ ਸਾਨੂੰ ਉਹਦੀ ਸਜ਼ਾ ਵੀ ਮਿਲੇਗੀ। ਜਿਵੇਂ ਪਾਕ ਕਲਾਮ ਦੇ ਵਿੱਚ ਵੀ ਤਹਿਰੀਰ ਕੀਤਾ ਗਿਆ, ਅਗਰ ਅਸੀਂ ਖਰੂਜ ਦੀ ਕਿਤਾਬ ਦਾ 20ਵਾਂ ਬਾਬ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਲਿਖਿਆ ਹੋਇਆ ਮਿਲਦਾ ਕਿ ਤੂੰ ਆਪਣੇ ਬਾਪ ਔਰ ਆਪਣੀ ਮਾਂ ਕੀ ਇੱਜ਼ਤ ਕਰਨਾ। ਔਰ ਫਿਰ ਇਹ ਵੀ ਗੱਲ ਸਾਨੂੰ ਲਿਖੀ ਮਿਲਦੀ ਹੈ ਇਸ ਤੋਂ ਬਾਅਦ ਸ਼ਰੀਅਤ ਦੀਆਂ ਕਿਤਾਬਾਂ ਦੇ ਵਿੱਚ ਕਿ ਅਗਰ ਕੋਈ ਵਾਲਿदैन ਦੀ ਇੱਜ਼ਤ ਨਹੀਂ ਕਰਦਾ ਜਾਂ ਉਹਨਾਂ ਦੀ ਨਾਫਰਮਾਨੀ ਕਰਦਾ ਤੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਸੋ ਉਸੇ ਗੱਲ ਦੇ ਨੂੰ ਤਹਿਰੀਰ ਕੀਤਾ ਕਿ ਨੂਨ ਨਾ ਕਰਨਾ ਹੁਕਮ ਅਦੂਲੀ, ਚੜ੍ਹਨਾ ਪੈਗਾ ਮੌਤ ਦੀ ਸੂਲੀ, ਰੱਬ ਸੋਹਣੇ ਦਾ ਇਹ ਨਿਆਂ, ਮਾਂ ਨਹੀਂ ਤੇਰੇ ਸਦਕੇ ਜਾ। ਆਖਰੀ ਸ਼ੇਰ ਹੈ ਜੀ ਕਿ ਅਫਜ਼ਾਲ ਚੌਹਾਨ ਦੇ ਲਫ਼ਜ਼ ਨੇ ਥੋੜ੍ਹੇ, ਅਫਜ਼ਾਲ ਚੌਹਾਨ ਦੇ ਲਫ਼ਜ਼ ਨੇ ਥੋੜ੍ਹੇ, ਕਿੱਥੋਂ ਲੱਭੇ ਕਿੱਥੇ ਜੋੜੇ। ਅਫਜ਼ਾਲ ਚੌਹਾਨ ਦੇ ਲਫ਼ਜ਼ ਨੇ ਥੋੜ੍ਹੇ, ਕਿੱਥੋਂ ਲੱਭੇ ਕਿੱਥੇ ਜੋੜੇ, ਮਾਂ ਤੇ ਆਖਰ ਹੁੰਦੀ ਮਾਂ, ਮਾਂ ਨਹੀਂ ਤੇਰੇ ਸਦਕੇ ਜਾ। ਮੀਮ ਅਲਿਫ ਤੇ ਨੂਨ ਗੁਨਾ, 3 ਹਰਫਾਂ ਨਾਲ ਬਣਦੀ ਮਾਂ, ਮਾਂ ਨਹੀਂ ਤੇਰੇ ਸਦਕੇ ਜਾ।